कोई तेरे नाल लड़ नहीं रही, ये गल सीरियस है। ये सीरियस पॉइंट है, ये जिंदगी दा सीरियस पॉइंट है अमर, जिंदगी दा सीरियस पॉइंट है। टाइम ना देना रिलेशनशिप ਨੂੰ ਜ਼ਰੂਰੀ ਹੁੰਦਾ ਹੈ, ਠੀਕ ਹੈ। ਤੇ ਫਿਲਹਾਲ ਆਪਾਂ ਰਿਲੇਸ਼ਨਸ਼ਿਪ 'ਚ ਨਹੀਂ ਦੇ, ਆਪਾਂ ਮੀਆਂ ਬੀਵੀ ਔਰ ਬੀਵੀ ਨੂੰ ਤੇ ਟਾਈਮ ਤਾਂ ਲਾਜ਼ਮੀ ਦੇਣਾ ਹੁੰਦਾ ਸ਼ੋਹਰ ਨੇ। ਜਿਵੇਂ ਕਹਿੰਦੇ ਨੇ ਨਾ ਕਿ ਬੀਵੀ ਵਾਸਤੇ ਸ਼ੋਹਰ ਸਭ ਕੁਝ ਹੁੰਦਾ ਹੈ, ਸ਼ੋਹਰ ਦੀ ਕੁੱਲ ਕਾਇਨਾਤ ਹੁੰਦੀ ਹੈ, ਐਵੇਂ ਸ਼ੋਹਰ ਵਾਸਤੇ ਬੀਵੀ ਕੁੱਲ ਕਾਇਨਾਤ ਹੁੰਦੀ। ਮੀਆਂ ਬੀਵੀ ਦਾ ਰਿਸ਼ਤਾ ਬਹੁਤ ਮਜ਼ਬੂਤ ਹੁੰਦਾ, ਉਹਦੇ ਅੱਗੇ ਨਾ ਤਾਂ ਮਾਂ ਪਿਓ ਚੱਲਦਾ ਤੇ ਨਾ ਕੋਈ ਭੈਣ ਭਰਾ ਚੱਲਦਾ। ਇਹ ਗੱਲ ਸਮਝ ਕੇ ਤੇ ਤੂੰ ਮੈਨੂੰ ਟਾਈਮ ਦੇਗਾ ਜੋ ਮਰਜ਼ੀ ਕਰ ਲੈ। ਅਗਰ ਭੈਣ ਵਾਸਤੇ ਬੁੱਕਸ ਲੈਣ ਜਾ ਸਕਣਾ ਤੇ ਮੇਰੇ ਵਾਸਤੇ ਕੁਛ ਵੀ ਤੂੰ ਕਰ ਸਕਣਾ ਤੇ ਤੂੰ ਕੁਛ ਵੀ ਕਰੇਗਾ। ਆਈ ਗੱਲ ਸਮਝ, ਮੈਨੂੰ ਮੇਰੀ ਚੀਜ਼ ਹਰ ਚੀਜ਼ ਟਾਈਮ ਤੇ ਚਾਹੀਦੀ। ਅੱਜ ਤੋਂ ਬਾਅਦ ਤੂੰ ਇੰਝ ਕੀਤਾ ਨਾ ਕਿ ਮੈਨੂੰ ਟਾਈਮ ਨਾ ਦਿੱਤਾ ਨਾ ਅਮਰ, ਮੈਂ ਤੈਨੂੰ ਮੈਨੂੰ ਗੁੱਸਾ ਆ ਜਾ ਰਿਹਾ, ਫਿਰ ਮੈਂ ਗੁੱਸੇ 'ਚ ਉਹ ਕਰਾਂਗੀ ਜੋ ਕਿਸੇ ਨੇ ਨਾ ਕੀਤਾ ਹੋਇਆ। ਕਿ ਪਾਗਲ ਹੋ ਜਾਂਦੀ ਹੈ। ਤੈਨੂੰ ਖੁਦ ਨੂੰ ਪਤਾ ਨਾ ਤੇਰੇ ਘਰ ਦਾ ਮਾਮਲਾ, ਤੈਨੂੰ ਪਤਾ ਨਾ ਕਿ ਤੇਰੇ ਘਰ ਕਿਵੇਂ ਤੈਨੂੰ ਪ੍ਰੈਸ਼ਰ 'ਚ ਰਹਿੰਦੇ ਨੇ, ਐਵੇਂ ਮੇਰੇ ਘਰ ਰੱਖਦੇ। ਇਸ ਲਈ ਮੈਂ ਸਿਰਫ ਇਸ ਘਰ 'ਚੋਂ ਨਿਕਲਣਾ ਚਾਹਨੀ ਨਾ ਹੋਵਾਂਗੀ ਤੇ ਨਾ ਮੈਨੂੰ ਇਨੀ ਟੈਨਸ਼ਨ ਦੇਣਗੇ। कसमे कसमे मैंने तेरी हरकत इन्नी बुरी लगी है ना कि मेरी इंतहा हो चुकी है कि मैं मंगी है। मैं ये नहीं कहती कि वो तेरी भैन है तो तू ओदी भैन नूं लै के जाना, ये वो ठीक है, भैन नूं भी टाइम देना हुंदा, ठीक है। उन्हें तेन कह दित्ता लिया के देनियां बनदियां सी, चला भी गया है, ठीक है। मेरी चीज जरूरी नहीं सी। तू जा ठीक है, बुक्स लैन गया, नहीं मिले, आ गया वापस, उन तो इत्मीनान हो गया कि नहीं मेरा भरा गया है, तेन बुक्स नहीं मिली। तो भाई मेरा भी हो जाता कि नहीं मेरा शोहर गया है लेकिन उन्होंने नहीं मिले, अगो मिस चला जाता एक बारी। हूँ कहीं हाँ मैं मैसेज तो पूछा नहीं सी, मैसेज से एक ही दुकान नहीं रह गई सी अमर। जान बूझ के मैंने टाइम नहीं देना, जान बूझ के। फिर जब मैं गुस्सा चढ़ता है ना, मेरे दिल का मैं तेन मुक्का मार के तेरा मुंह डाल दे गैरत। वैसे ही ना, वैसे ही तू चाहना है कि तू हकीकतन 100% तू चाहना है कि मैंने टाइम ना देवे। तेन मैं 1000 बारी क्या मैंने ये गल ना करिया कर, मैंने गल तेरी बड़ी बुरी लगदी। ए लास्ट टाइम सी, ए लास्ट टाइम सी, आई गल समझ च। मेरे मजीद गुस्सा ना दवाई हुण ते अनमोल वाली गल दे विच मैं क्यों पां। अच्छा तू नौकर तां बनना है, उस तो पहले नहीं बनना। सही ठीक हो गया, मैं मतलब तू किसी का काम करा के तू नौकर मेरा बनना है, तू रहने दे, तू ना बन, मैनूं जरूरत ही नहीं थी। ਦੂਸਰੇ ਪਾਸੇ ਅਸੀਂ ਹੁਣ ਜਿਹੜਾ FIR ਦੇ ਵਿੱਚ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਮੁਲਜ਼ਮ ਹੈ ਅਮਰ ਦਾ ਵਾਲਦ, ਜਿਹਨੂੰ ਦੱਸਿਆ ਜਾਂਦਾ ਹੈ ਕਿ ਇਹਦਾ ਵੀ ਵਿੱਚ ਕਿਰਦਾਰ ਹੈ, FIR ਦੇ ਵਿੱਚ ਨਾਮਜ਼ਦ ਨੇ। ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀ ਜਿਹੜੀ ਫੋਟੋ ਹੈ ਉਹ ਬੜੀ ਜ਼ਿਆਦਾ ਗਰਦਿਸ਼ ਕਰਦੀ ਪਈ ਹੈ। ਇਹਨਾਂ ਦੇ ਨਾਲ ਗੱਲ ਕਰਨੇ ਆ ਕਿ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਬਣਿਆ ਹੈ, ਕਿੰਨੇ ਪੈਸੇ ਜਿਹੜੇ ਉਹ ਦੱਸਦੇ ਪਏ ਨੇ ਕਿ ਇਹਨਾਂ ਦੇ ਬੇਟੇ ਨੇ ਲੈ ਨੇ, ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਏ ਜਾਂ ਨਹੀਂ। ਇਸ ਤੋਂ ਇਲਾਵਾ ਜਿਹੜੀ ਕਾਂਟਿਆਂ ਦੀ ਗੱਲ ਚੱਲਦੀ ਪਈ ਹੈ ਤੇ ਇੱਕ ਜਿਹੜੀ ਅਹਿਮ ਗੱਲ ਹੈ ਜਿੰਦੇ ਵਿੱਚ ਵੀਡੀਓ ਕਾਲ ਦੀ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾਂਦਾ ਹੈ। ਜੀ ਦੱਸੋ ਇਹ ਕਿਸ ਤਰ੍ਹਾਂ ਮਾਮਲਾ ਬਣਿਆ ਹੈ? ਮਾਮਲਾ ਇਸ ਤਰ੍ਹਾਂ ਹੈ ਜੀ, ਇਹਨੇ ਸਾਡੇ ਮਸਾਏ ਤੇ ਕਿਧਰੇ ਬੇਟੇ ਦੀ ਇਹਨਾਂ ਦੀ ਬੱਚੀ ਜਿਹੜੀ ਆਪਣਾ ਮੁਜ਼ੰਮਲ ਸ਼ਹਜ਼ਾਦੀ, ਇਹਨਾਂ ਨਾਲ ਮੁਹੱਬਤ ਕਰਦੇ ਇਹ ਦੋਵੇਂ ਹੀ, ਮਸਲਾ ਦੋਵੇਂ ਸ਼ਾਦੀ ਕਰਨਾ ਚਾਹੁੰਦੇ ਸੀ। ਇਹਨਾਂ ਦੇ ਘਰ ਦੇ ਇਹਨਾਂ ਨੂੰ ਪਤਾ ਤੇ ਇਹ ਕਹਿੰਦੇ ਨੇ ਵੀ 2-3 ਸਾਲ ਤੋਂ ਇਹ ਚੱਲ ਰਿਹਾ ਸਿਲਸਿਲਾ, ਵੀ 2-3 ਸਾਲ ਤੋਂ ਸਿਲਸਿਲਾ ਚੱਲ ਰਿਹਾ। ਵੀ ਇਹਨਾਂ ਨੇ ਸਾਨੂੰ ਨਹੀਂ ਦੱਸਣਾ ਸੀ, ਇਹਨਾਂ ਸਾਨੂੰ ਦੱਸਣਾ ਸੀ ਨਾ ਵੀ ਤੁਹਾਡਾ ਮੁੰਡਾ 2-3 ਸਾਲ ਤੋਂ ਸਾਡਾ ਸਿਸਟਮ ਚੱਲ ਰਿਹਾ, ਸਾਡੇ ਕਿਸੇ ਵੀ ਘਰ ਦੇ ਜੀ ਨੂੰ ਪਤਾ ਹੋਇਆ ਵੀ ਯਾਰ ਇਹ ਬੱਚੀ ਤੇ ਇਹ ਬੱਚਾ ਇੱਕ ਦੂਜੇ ਨੂੰ ਚਾਹੁੰਦੇ ਨੇ, ਇਹਨਾਂ ਦਾ ਕੋਈ ਹੱਲ ਕੱਢੀਏ। ਇਹੋ ਜਿਹਾ ਕੋਈ ਮਾਮਲਾ ਵੀ ਨਹੀਂ ਹੈਗਾ ਸਾਨੂੰ ਅੱਜ ਤੱਕ। ਸਾਨੂੰ ਤਾਂ ਉਦੋਂ ਪਤਾ ਲੱਗਾ ਜਿੱਦਣ ਬੱਚੇ ਨੇ ਫਾਇਆ ਲਿਆ। ਫਾਇਆ ਲੈਣ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਤੁਸੀਂ ਥਾਣੇ ਦੇ ਵਿੱਚ ਉਹਨਾਂ ਤੋਂ ਪਹਿਲੇ ਪਹੁੰਚੇ ਇਹ ਸਟਾਮ ਲੈਣ ਵਾਸਤੇ, ਫਿਰ ਚੂਣੀਆਂ ਗਏ, ਇਹ ਕੀ ਗੱਲ ਹੈ? ਅਸੀਂ ਨਾ ਥਾਣੇ ਗਏ, ਅਸੀਂ ਥਾਣੇ ਕੋਈ ਸਿਸਟਮ ਨਹੀਂ ਹੈਗਾ ਜਾਣ ਦਾ ਸਾਡਾ। ਥਾਣੇ ਇਹ ਆਪ ਹੀ ਗਏ ਨੇ ਤੇ ਇਹਨਾਂ ਆਪ ਹੀ ਉੱਥੇ ਬਿਆਨ ਦਿੱਤਾ ਪੁਲਿਸ ਵਾਲਿਆਂ ਨੂੰ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਅਗਲੀ ਗੱਲ ਦਾ ਮੈਨੂੰ ਨਹੀਂ ਪਤਾ। ਤੇ ਤੁਸੀਂ ਵਿੱਚ ਕਿਵੇਂ FIR ਦੇ ਵਿੱਚ ਨਾਮਜ਼ਦ ਹੋ ਗਏ ਜਿਹੜਾ ਪਰਚਾ ਹੋਇਆ? ਦੇਖੋ ਜੀ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਮੇਰਾ ਇਹਨਾਂ ਪਰਚਾ ਕਰਾ ਦੇਣਾ ਜਾਂ ਮੇਰਾ ਇਹਨਾਂ ਨਾਂ ਦੇ ਦੇਣਾ ਜਾਂ ਮੇਰੇ ਬੱਚੇ ਦਾ ਦੇ ਦੇਣਾ। ਮੈਂ ਤਾਂ ਹਮਦਰਦੀ ਤੌਰ ਤੇ ਚੁਣਿਆ ਗਿਆ ਸੀ ਲਾਸ਼ ਲੈ, ਵੀ ਜੇ ਮਹੱਲੇ ਦੇ ਹੁੰਦੇ ਵੀ ਸਾਰੇ ਗਏ ਨੇ ਮੈਂ ਵੀ ਚਲਾ ਜਾਵਾਂ। ਉੱਥੇ ਮੈਂ ਗਿਆ ਤਾਂ ਉੱਥੇ ਮੁੰਡੇ ਨੇ ਉਹ ਤੇ ਗੱਲ ਕੱਢੀ। ਵੈਸੇ ਉਹਨੇ ਕਿਹਾ ਯਾਰ ਚਾਚੇ ਨੂੰ ਕਹਿ ਦਿਓ ਇੱਕ ਸਾਈਡ ਤੇ ਹੋ ਜਾਵੇ ਆਪਣੇ ਚਾਚੇ ਨੂੰ, ਤੇ ਮੈਨੂੰ ਮੈਂ ਕੀ ਹੋ ਜਾਵਾਂ, ਮੇਰਾ ਕੀ ਮਸਲਾ ਇਹਦੇ 'ਚ। ਤੇ ਇੱਕ ਹੋਰ ਗੱਲ ਉਹਨਾਂ ਦੀ ਵਾਲਦਾ ਤੇ ਉਹਦਾ ਭਾਈ ਦੱਸਦਾ ਪਿਆ ਕਿ ਅਸੀਂ ਰਿਸ਼ਤਾ ਲੈ ਕੇ 2 ਦਫਾ ਇਹਨਾਂ ਦੇ ਵਾਲਦ ਦੇ ਕੋਲ ਗਏ ਆ, ਲੀੜਾ ਵੀ ਰੱਖਿਆ,
ਜਿਹੜਾ ਪੈਰਾਂ ਦੇ ਉੱਤੇ ਕਿ ਸਾਨੂੰ ਜਿਹੜਾ ਇਹ ਰਿਸ਼ਤਾ ਲੈ ਲਵੋ ਤੇ ਇਹ ਜਿਹੜਾ ਅਸੀਂ ਰੋਜ਼-ਰੋਜ਼ ਪਰੇਸ਼ਾਨ ਹੁੰਨੇ ਆ, ਸਾਡੀ ਜਾਨ ਛੁੱਟ ਜਾਵੇ, ਇਹ ਗੱਲ ਕਿਸ ਤਰ੍ਹਾਂ ਦੀ? ਇਹ ਭਾਈਜਾਨ ਬਿਲਕੁਲ ਝੂਠ ਹੈ। ਇੱਕ ਦਿਨ ਵੀ ਇਹਨਾਂ ਨੇ ਆਖਿਆ ਵੀ ਸਾਡੇ ਕੋਲ ਰਿਸ਼ਤਾ ਲੈ ਲਓ, ਇੱਕ ਦਿਨ ਵੀ ਨਹੀਂ ਆਖਿਆ। ਮੇਰੇ ਕੋਈ ਪੈਰਾਂ 'ਚ ਇੱਕ ਲੀੜਾ ਰੱਖਿਆ ਹੋਇਆ, ਮੈਂ ਐਡਾ ਵੀ ਨਹੀਂ ਹੈਗਾ ਵੀ ਜ਼ਾਲਮ ਇਹ ਮੇਰੇ ਪੈਰਾਂ 'ਚ ਦੁਪੱਟਾ ਰੱਖ ਦੇਗਾ ਤੇ ਮੈਂ ਭੈਣਾ ਉਹਦੀ ਨੂੰ ਉਠਾ ਦੇਵਾਂ, ਵੀ ਨਹੀਂ। ਵੇਖੋ ਜੀ, ਮੈਂ ਤੇ 35 ਸਾਲ ਦਾ ਠੀਕ ਮੋੜੀਲਾਬਾਦ ਰਹਿੰਦਾ ਪਿਆ, ਮੇਰਾ ਹਰ ਬੰਦੇ ਨੂੰ ਪਤਾ ਮੈਂ ਜਗ੍ਹਾ, ਮੇਰੇ ਮੁਹੱਲੇ 'ਚ ਪਤਾ ਕਰੋ, ਸ਼ਹਿਰ ਪੂਰੇ 'ਚ ਪਤਾ ਕਰੋ। ਤੇ ਹੁਣ ਇਹ ਪਰਚਾ ਹੋ ਗਿਆ, ਤੁਸੀਂ ਕੀ ਸਮਝਦੇ ਹੋ ਕਿ ਇਹਦੇ ਵਿੱਚ ਮੁੰਡੇ ਦਾ ਕਿੰਨਾ ਕਿਰਦਾਰ ਹੈ? ਅਗਰ ਇਹ ਗੱਲ ਸਾਬਤ ਹੁੰਦੀ ਹੈ, ਉਹਦਾ ਜਿਹੜਾ ਇਲਜ਼ਾਮ ਲਾਏ ਜਾਂਦੇ ਪਏ ਨੇ ਸੋਸ਼ਲ ਮੀਡੀਆ ਦੇ ਉੱਤੇ, ਸਾਰੀ ਇੱਕ ਕੰਪੇਨ ਚੱਲਦੀ ਪਈ ਹੈ ਕਿ ਉਹਨੇ ਵੀਡੀਓ ਕਾਲ ਦੇ ਉੱਤੇ ਉਹਨੂੰ ਕਤਲ ਕੀਤਾ ਹੈ, ਉਹਨੂੰ ਫੰਦਾ ਲਵਾਇਆ, ਅਗਰ ਉਹ ਸਾਬਤ ਹੁੰਦੀ ਤੇ ਫਿਰ ਤੁਸੀਂ ਕੀ ਕਹੋਗੇ? ਵੇਖੋ ਜੀ, ਜਿਹੜਾ ਇੱਕ ਦੂਜੇ ਨੂੰ ਮੁੰਡਾ ਕੁੜੀ ਚਾਹੁੰਦੇ ਹੋਣ ਉਹ ਫੰਦਾ ਲੈਣਗੇ? ਉਹ ਫੰਦਾ ਨਹੀਂ ਲੈਣਗੇ। ਇਹ ਭਾਈਜਾਨ ਇਹਨਾਂ 10 ਤੋਂ 12 ਦਿਨ ਹੋ ਗਏ ਨੇ, ਇਹਨਾਂ ਨੇ ਘਰ 'ਚ ਤਾੜਿਆ ਸੀ, ਉਹਨੂੰ ਕੁੰਡੇ ਨੂੰ ਲਾਗ ਵੀ ਲਾਇਆ ਸੀ। ਜਿਹੜੇ ਲੋਕ ਮੌਕੇ ਤੇ ਗਏ ਨੇ ਉੱਥੇ ਜਿਨ੍ਹਾਂ ਵੇਖਿਆ ਵੀ ਕਮਰੇ ਨੂੰ ਲਾਗ ਲੱਗਾ, ਅੰਦਰੋਂ ਕੁੜੀ ਨੂੰ ਕੁੰਡੀ ਲਾਈ ਹੈ ਜਾਂ ਇਹਨਾਂ ਲਾਈ ਹੈ, ਸ਼ੀਸ਼ੇ 'ਚ ਗ੍ਰਿਲ ਲੱਗੀ ਹੈ, ਉਹ ਸ਼ੀਸ਼ੇ ਨੂੰ ਨਾ ਤੋੜਿਆ। ਪਹਿਲੇ ਲਾਗ ਨੂੰ ਖੋਲਦੇ ਰਹੇ ਨੇ, ਨਾਲ ਦੇ ਮਸਾਇਨ ਆਖਿਆ ਚਾਬੀ ਹੈਗੀ, ਉਹ ਚਾਬੀ ਉਹਦੇ ਮੰਗਦੇ ਰਹੇ ਨੇ, ਚਾਬੀ ਉਹਦੀ ਲਾਈ ਵੀ ਹੈ, ਉਹ ਨਹੀਂ ਖੁੱਲਿਆ ਵੀ ਅੰਦਰੋਂ ਲਾਗ ਇਹਨਾਂ ਚਾਬੀ ਕਿਸੇ ਹੋਰ ਨੂੰ ਕਿਹੜਾ ਲੈ ਗਿਆ, ਲਾ ਕੇ ਕੀ ਕਰ ਗਿਆ, ਉਹ ਇਹਨਾਂ ਦੇ ਘਰ ਦੇ ਮਾਮਲਾ ਦੇ ਤੁਸੀਂ ਇਹ ਹਿਸਾਬ ਲਾਓ ਵੀ ਜਿਹੜਾ ਬੱਚਾ ਇਹ ਇੱਕ ਦੂਜੇ ਨੂੰ ਮੁਹੱਬਤ ਕਰਦੇ ਹੋਣ ਉਹ ਫਾਇਦਾ ਲੈਣਗੇ? ਉਹ ਕਦੀ ਵੀ ਨਹੀਂ ਲੈਣਗੇ। ਇਹਨਾਂ ਉਹਨੂੰ ਤਾੜਿਆ ਸੀ, ਤਾੜਨ ਤੋਂ ਵਜ੍ਹਾ ਤੋਂ ਕੁੜੀ ਇਹਨਾਂ ਤੋਂ ਬਾਜ਼ਦਾਨ ਹੋ ਕੇ ਪਰੇਸ਼ਾਨ ਹੋਈ ਹੈ, ਜਿਵੇਂ ਹੋਈ ਹੈ। ਇਹਨਾਂ ਦੇ ਤਸ਼ੱਦਦ ਕੀਤਾ ਕਿ ਉਹ ਇਹਨਾਂ ਦੇ ਘਰ ਦੇ ਮਾਮਲਾਤ ਨੇ। ਵੇਖੋ ਜੀ, ਇਹ ਜਿਹਾ ਮਾਮਲਾ ਤਾਂ ਹੁੰਦਾ, ਕੁੜੀ ਦੇ ਨਾਲ ਸਟੈਂਡ ਹੋਣਾ, ਇਹ ਬਾਹਰ ਹੋਣਾ, ਖੜੇ ਕੁੜੀ ਨਾਲ ਸਟੈਂਡ ਹੋ ਕੇ ਇਹ ਸਾਰਾ ਕੁਝ ਕਰਨਾ, ਫਿਰ ਤਾਂ ਪਤਾ ਹੋਇਆ ਮੁੰਡੇ ਨੇ ਇਹਨਾਂ ਨੂੰ ਫਾਇਲ ਲਵਾਇਆ ਜਾਂ ਮੁੰਡੇ ਦੀ ਕੋਈ ਗੱਲ ਹੋਈ ਹੈ, ਬਲੈਕਮੇਲਿੰਗ ਦੀ ਗੱਲ ਹੋਈ ਹੈ, ਕੋਈ ਹੋਰ ਗੱਲ ਹੋਈ ਹੈ। ਤੇ ਜਿਹੜੀ ਵੀਡੀਓ ਕਾਲ ਹੈ, ਜਿਹੜੀ ਮੋਬਾਈਲ ਦੇ ਵਿੱਚ ਚੈਟ ਹੈ, ਉਹਦਾ ਕੀ ਮਾਮਲਾ ਹੈ? ਇਹ ਚੈਟ ਚੂਟ ਜਿਹੜੀਆਂ ਮੋਬਾਈਲ ਦੀਆਂ ਨੇ, ਇਹ ਕੋਈ 20-25 ਦਿਨਾਂ ਦੇ ਪਹਿਲੇ ਦੀਆਂ ਨੇ, 2-3 ਮਹੀਨੇ ਪਹਿਲੇ ਦੀਆਂ ਕੱਢ ਕੇ ਜੋੜ ਜਾੜ ਕੇ ਕਿਸੇ ਮਾਸਟਰਮਾਈਂਡ ਨੇ, ਪਤਾ ਨਹੀਂ ਕਿਹੜਾ ਮੇਰੇ ਮੁਖਾਲਫ ਹੈ ਜਾਂ ਕਿਹੜਾ ਮੇਰੇ ਖਿਲਾਫ ਹੈ। ਮੈਂ ਤਾਂ ਸੋਚ ਵੀ ਨਹੀਂ ਸਕਦਾ ਕੋਈ ਮੇਰੇ ਖਿਲਾਫ ਹੈ ਨਾ। ਮੈਂ ਇਹ ਪੁਰਾਣੀਆਂ ਚੈਟਾਂ ਕੱਢ ਕੁੱਢ ਕੇ ਜੋੜ ਜਾੜ ਕੇ ਜਿਹੜੀਆਂ ਇਹਨਾਂ ਦੇ ਮਤਲਬ ਦੀਆਂ ਨੇ ਉਹ ਕੱਟ ਵੱਢ ਕੇ ਇਹਨਾਂ ਅੱਗੇ ਪੇਸ਼ ਕੀਤੀਆਂ ਹੋਈਆਂ ਨੇ। ਜੀ, ਤੁਸੀਂ ਵੇਖਿਆ ਕਿਸ ਤਰ੍ਹਾਂ ਇਹ ਜਿਹੜਾ ਆਮਰ ਦਾ ਵਾਲਦ ਹੈ, ਜਿਹੜਾ ਮੁਲਜ਼ਮ ਸੋਸ਼ਲ ਮੀਡੀਆ ਦੇ ਉੱਤੇ ਬਣਾਇਆ ਗਿਆ, FIR ਵੀ ਹੋ ਗਈ ਹੈ। ਇਸ ਤੋਂ ਇਲਾਵਾ ਵੱਡੀ ਕੰਪੇਨ ਵੀ ਜਿਹੜੀ ਹੈ ਇਹਨਾਂ ਦੇ ਖਿਲਾਫ ਚੱਲਦੀ ਪਈ ਹੈ, ਇਹ ਵੀ ਉਹਦੇ ਵਿੱਚ ਮੁਲਜ਼ਮ ਨੇ। ਇਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਸਾਰਾ ਮਾਮਲਾ ਹੈ ਤੇ ਕਿ ਇਹ ਅਸਲ ਮਾਮਲਾ ਕੀ ਹੈ ਤੇ ਇਹਦੇ ਵਿੱਚ ਫੈਸਲਾ ਹੁਣ ਤੁਸੀਂ ਲੋਕਾਂ ਨੇ ਕਰਨਾ ਹੈ। ਇਸ ਤੋਂ ਉੱਤੇ ਜਿਹੜਾ ਇੰਟਰਵਿਊ ਲੱਗਾ ਹੋਇਆ ਹੈ ਉਹ ਉਹਨਾਂ ਦੇ ਘਰ ਵਾਲਿਆਂ ਦਾ ਹੈ, ਜਿਹੜੀ ਤਲਬਾ ਨੇ ਖੁਦਕੁਸ਼ੀ ਕੀਤੀ, ਤੇ ਦੂਸਰਾ ਇਹ ਮੁਲਜ਼ਮ ਜਿਨ੍ਹਾਂ ਨੂੰ ਬਣਾਇਆ ਗਿਆ ਉਹਨਾਂ ਦਾ ਹੈ। ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਸਾਡੇ ਉੱਤੇ ਜੁਰਮ ਸਾਬਤ ਹੁੰਦਾ ਹੈ, ਜਿਹੜੀ DPO ਕਸੂਰ ਦੇ ਵੱਲੋਂ SP ਇਨਵੈਸਟੀਗੇਸ਼ਨ ਦੇ ਵੱਲੋਂ ਵੱਡੀ ਟੀਮ ਬਣਾਈ ਗਈ ਹੈ, ਵਰਕ ਕਰਦੀ ਪਈ ਹੈ, ਤੇ ਅਗਰ ਸਾਬਤ ਹੋ ਜਾਂਦਾ ਹੈ ਤੇ ਅਸੀਂ ਸਜ਼ਾ ਲੈਣ ਦੇ ਹੱਕਦਾਰ ਹਾਂ। ਅਗਰ ਨਹੀਂ ਸਾਬਤ ਹੁੰਦਾ ਤੇ ਫੈਸਲਾ ਤੁਸੀਂ ਲੋਕਾਂ ਨੇ ਕਰਨਾ ਹੈ, DPO ਕਸੂਰ ਨੇ ਕਰਨਾ ਹੈ, ਵਜ਼ੀਰ ਆਲਾ ਨੇ ਕਰਨਾ ਹੈ। ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਇਜਾਜ਼ਤ ਦਿਓ।